फ्रेंड्स, वेलकम टू मैगनीफिसेंट लर्निंग। सो पीएस ਟੈਟ ਦਾ जो एग्ज़ाम है 24 ਦਸੰਬਰ ਨੂੰ ਹੋਣ ਜਾ ਰਿਹਾ ਹੈ। आई होप ਤੁਹਾਡੀ ਪ੍ਰੈਪਰੇਸ਼ਨ ਵਧੀਆ ਚੱਲ ਰਹੀ ਹੋਏਗੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ MCQs ਨੂੰ ਡਿਸਕਸ ਕਰਾਂਗੇ। ਸੋ ਇਹਨੂੰ ਐਜ਼ ਅ ਟੈਸਟ ਲੈ ਕੇ ਚੱਲਿਓ ਤੇ ਵੀਡੀਓ ਦੇ ਐਂਡ ਦੇ ਵਿੱਚ ਕਮੈਂਟ ਸੈਕਸ਼ਨ 'ਚ ਮੈਨੂੰ ਦੱਸ ਕੇ ਜਾਇਓ ਤੁਹਾਡੇ ਕਿੰਨੇ ਮਾਰਕਸ ਆਏ ਨੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਐਜ਼ ਅ ਟੈਸਟ ਲੈ ਕੇ ਚੱਲਿਓ। ਸੋ ਫਸਟ ਕੁਐਸਚਨ ਹੈ, ਦ ਸਪੋਕਨ ਸਕਿੱਲ in a language teaching classroom can be developed through। ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਲੈਂਗੁਏਜ ਦੀਆਂ ਮੇਨਲੀ 4 ਸਕਿੱਲਸ ਹੁੰਦੀਆਂ ਨੇ, ਠੀਕ ਹੈ। ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵੀ ਸਪੋਕਨ ਸਕਿੱਲ ਜਿਹੜੀ ਹੈਗੀ ਹੈ ਉਹ ਇੱਕ ਕਲਾਸਰੂਮ ਦੇ ਵਿੱਚ ਕਿਵੇਂ ਡਿਵੈਲਪ ਕੀਤੀ ਜਾ ਸਕਦੀ ਹੈ। ਫਸਟ ਆਪਸ਼ਨ ਹੈ ਅਨੇਬਲਿੰਗ ਐਕਟੀਵਿਟੀਜ਼ ਵਿਦ ਅ ਫੋਕਸ ਔਨ ਕਨਵਰਜ਼ੇਸ਼ਨ ਸਕਿੱਲਸ ਲੀਡਿੰਗ ਟੂ ਆ ਕਮਿਊਨੀਕੇਟਿਵ ਕੰਪੀਟੈਂਸ। ਯਾਨੀ ਕਿ ਫਸਟ ਆਪਸ਼ਨ ਦਾ ਕੀ ਮਤਲਬ ਹੈ ਵੀ ਇਹੋ ਜਿਹੀ ਐਕਟੀਵਿਟੀਜ਼ ਕਰਵਾਉਣਾ ਜਿਸ ਦੇ ਨਾਲ ਬੱਚੇ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨਾਲ ਕਨਵਰਜ਼ੇਸ਼ਨ ਕਰਨ, ਯਾਨੀ ਕਿ ਇੱਕ ਦੂਜੇ ਦੇ ਨਾਲ ਆਪਸ 'ਚ ਗੱਲਬਾਤ ਕਰਨ, ਉਹਨਾਂ ਦੀ ਕਨਵਰਜ਼ੇਸ਼ਨ ਸਕਿੱਲ ਵਧੀਆ ਹੋਵੇ ਅਤੇ ਕਮਿਊਨੀਕੇਟਿਵ ਕੰਪੀਟੈਂਸੀ ਹੈ, ਯਾਨੀ ਕਿ ਆਪਸ ਦੇ ਵਿੱਚ ਕਿਵੇਂ ਗੱਲਬਾਤ ਕਰਨੀ ਹੈ, ਠੀਕ ਹੈ, ਦੂਸਰਿਆਂ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ, ਇਸ ਚੀਜ਼ ਦੀ ਉਹਨਾਂ ਦੇ ਵਿੱਚ ਯੋਗਤਾ ਪੈਦਾ ਹੋ ਸਕੇ। ਸੋ ਇਹ ਸਕਿੱਲ ਐਵੇਂ ਜਿਹੀ ਐਕਟੀਵਿਟੀਜ਼ ਕਰਵਾਉਣੀਆਂ ਚਾਹੀਦੀਆਂ ਨੇ। ਸੈਕਿੰਡ ਆਪਸ਼ਨ ਨੂੰ ਸਮਝਦੇ ਹਾਂ, ਗਰੁੱਪ ਐਕਟੀਵਿਟੀਜ਼ ਵੇਅਰ ਲਰਨਰਸ ਕੈਨ ਟਾਕ ਇਨ ਵਿਚ ਐਵਰ ਲੈਂਗੁਏਜ ਦੇ ਵੁੱਡ ਲਾਈਕ ਟੂ। ਯਾਨੀ ਕਿ ਇਹ ਐਵੇਂ ਜਿਹੀ ਗਰੁੱਪ ਐਕਟੀਵਿਟੀਜ਼ ਕਰਵਾਉਣਾ ਜਿਸ ਦੇ ਵਿੱਚ ਲਰਨਰਸ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ, ਠੀਕ ਹੈ, ਕਿਸੇ ਵੀ ਲੈਂਗੁਏਜ ਦੇ ਵਿੱਚ। ਥਰਡ ਆਪਸ਼ਨ ਹੈ ਅਨਗੇਜਿੰਗ ਇਨ ਸਮਾਲ ਟਾਕ ਐਜ਼ ਕੌਨਫੀਡੈਂਸ ਐਗਰੈਸਿਵ ਲਰਨਰਸ, ਠੀਕ ਹੈ, ਛੋਟੀ ਛੋਟੀ ਗੱਲਬਾਤ ਕਰਵਾਉਣਾ, ਸਮਾਲ ਟਾਕ ਹੋਵੇ ਜਿਸ ਦੇ ਵਿੱਚ। ਫੋਰਥ ਆਪਸ਼ਨ ਹੈ ਇਨਕਰੇਜ ਪਲੇ ਵਿਦ ਨੋ ਅਦਰ ਓਬਜੈਕਟਿਵ। ਬਸ ਪਲੇ ਖਿਡਾਈ ਜਾਓ ਬੱਚਿਆਂ ਨੂੰ, ਠੀਕ ਹੈ, ਪਲੇ ਕਰੀ ਜਾਓ। ਸੋ ਇਸ ਦਾ ਰਾਈਟ ਆਪਸ਼ਨ ਕੀ ਹੋ ਸਕਦਾ ਹੈ? ਇਸ ਦਾ ਰਾਈਟ ਆਪਸ਼ਨ ਹੈ ਆਨਸਰ 1, ਯਾਨੀ ਕਿ ਅਨੇਬਲਿੰਗ ਐਕਟੀਵਿਟੀਜ਼ ਵਿਦ ਅ ਫੋਕਸ ਔਨ ਕਨਵਰਜ਼ੇਸ਼ਨ ਸਕਿੱਲ। ਸਪੋਕਨ ਸਕਿੱਲ ਯਾਨੀ ਕਿ ਬੋਲਣ ਦੀ ਯੋਗਤਾ ਕਿਵੇਂ ਹੋ ਸਕਦੀ ਹੈ, ਹੈ ਨਾ, ਕਿਵੇਂ ਡਿਵੈਲਪ ਹੋ ਸਕਦੀ ਹੈ ਅਗਰ ਆਪਾਂ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਵਾਂਗੇ ਇੱਕ ਦੂਜੇ ਦੇ ਨਾਲ ਕਨਵਰਜ਼ੇਸ਼ਨ ਕਰਨ ਦੇ ਲਈ। ਇਸ ਦੇ ਨਾਲ ਉਹਨਾਂ ਦੀ ਸਪੋਕਨ ਸਕਿੱਲ ਵਧੀਆ ਹੋਵੇਗੀ। ਸੈਕਿੰਡ ਕੁਐਸਚਨ ਹੈ ਰੀਆ ਇਜ਼ ਅਨੇਬਲ ਟੂ ਪ੍ਰੋਨਾਊਂਸ ਦ ਵਰਡਸ ਸਮਾਈਲ ਐਂਡ ਸਕੂਲ। ਇੱਕ ਰੀਆ ਸਟੂਡੈਂਟ ਹੈ, ਠੀਕ ਹੈ, ਉਹ ਸਮਾਈਲ ਅਤੇ ਸਕੂਲ ਜਿਵੇਂ ਜਿਹੇ ਵਰਡਸ ਨੂੰ ਪ੍ਰੋਨਾਊਂਸ ਨਹੀਂ ਕਰ ਪਾ ਰਹੀ, ਉਹਨੂੰ ਪ੍ਰੋਬਲਮ ਆ ਰਹੀ ਹੈ। ਐਜ਼ ਹਰ ਟੀਚਰ ਵਟ ਵਿਲ ਯੂ ਡੂ, ਠੀਕ ਹੈ, ਇੱਕ ਟੀਚਰ ਦੇ ਤੌਰ 'ਤੇ ਤੁਸੀਂ ਕੀ ਕਰੋਗੇ, ਕਿਵੇਂ ਉਹਦੇ ਇਸ ਪ੍ਰੋਬਲਮ ਨੂੰ ਸੋਲਵ ਕਰੋਗੇ। ਫਸਟ ਆਪਸ਼ਨ ਹੈ ਹਿਊਮਿਲੇਟ ਰੀਆ ਬਾਈ ਆਈਸੋਲੇਟਿੰਗ ਹਰ ਐਂਡ ਆਸਕਿੰਗ ਹਰ ਟੂ ਰਿਪੀਟ ਦ ਵਰਡਸ, ਠੀਕ ਹੈ, ਉਹਨੂੰ ਇੱਕ ਜਗ੍ਹਾ 'ਤੇ ਅਲੱਗ ਬਿਠਾ ਦੋਗੇ ਤਾਂ ਉਹਨੂੰ ਕਹੋਗੇ ਵੀ ਵਰਡਸ ਨੂੰ ਰਿਪੀਟ ਕਰੇ। ਸੈਕਿੰਡ ਆਪਸ਼ਨ ਹੈ ਆਸਕਿੰਗ ਦ ਐਂਟਾਇਰ ਕਲਾਸ ਟੂ ਰਿਪੀਟ ਦ ਵਰਡਸ, ਠੀਕ ਹੈ, ਜਾਂ ਫਿਰ ਸਾਰੀ ਕਲਾਸ ਨੂੰ ਕਹੋਗੇ ਸਾਰੇ ਜਣੇ ਵਰਡਸ ਨੂੰ ਰਿਪੀਟ ਕਰਨ। ਐਂਡ ਐਪਰੀਸ਼ੀਏਟਿੰਗ ਰੀਆ ਵੈਨ ਸ਼ੀ ਰਿਪੀਟਸ ਦੈਮ ਕਰੈਕਟਲੀ। ਅਤੇ ਉਸ ਟਾਈਮ 'ਤੇ ਰੀਆ ਨੂੰ ਆਪਾਂ ਐਪਰੀਸ਼ੀਏਟ ਕਰਾਂਗੇ ਜਦੋਂ ਉਹ ਸਹੀ ਵਰਡਸ ਨੂੰ ਬੋਲਣਾ ਸਿੱਖ ਲਏਗੀ। ਕੀ ਇਹ ਰਾਈਟ ਮੈਥਡ ਹੈ? ਦੇਖਦੇ ਹਾਂ। ਥਰਡ ਆਪਸ਼ਨ ਪੜ੍ਹਦੇ ਹਾਂ, ਮੇਕ ਰੀਆ ਰਿਪੀਟ ਦ ਵਰਡਸ ਮੈਨੀ ਟਾਈਮ, ਠੀਕ ਹੈ, ਰੀਆ ਨੂੰ ਕਹੋ ਉਹ ਵਰਡਸ ਨੂੰ ਰਿਪੀਟ ਕਰਦੀ ਜਾਵੇ, ਠੀਕ ਹੈ। ਜਾਂ ਫਿਰ ਮੇਕ ਰੀਆ ਅੰਡਰਸਟੈਂਡ ਦ ਮੀਨਿੰਗ, ਜਾਂ ਫਿਰ ਤੁਸੀਂ ਉਹਨੂੰ ਪਹਿਲਾਂ ਮੀਨਿੰਗ ਨੂੰ ਅੰਡਰਸਟੈਂਡ ਕਰਾਓਗੇ, ਉਹਨੂੰ ਮੀਨਿੰਗ ਸਮਝਾਓਗੇ। ਐਂਡ ਦ ਸਾਊਂਡ ਪੈਟਰਨ, ਠੀਕ ਹੈ, ਅਤੇ ਸਾਊਂਡ ਪੈਟਰਨ ਵੀ ਸਮਝਾਉਣਾ ਹੈ ਵੀ ਇਸ ਨੂੰ ਸਮਾਈਲ ਅਤੇ ਸਕੂਲ ਵਰਡ ਨੂੰ ਕਿਵੇਂ ਬੋਲਿਆ ਜਾਏਗਾ। ਐਂਡ ਗੈਟ ਦ ਕਲਾਸ ਐਜ਼ ਅ ਹੋਲ ਟੂ ਲਿਸਨ ਟੂ ਦੀਜ਼ ਵਰਡਸ ਥਰੂ ਐਨ ਆਡੀਓ ਵਿਜ਼ੂਅਲ ਮੀਡੀਅਮ, ਜਾਂ ਫਿਰ ਆਡੀਓ ਵਿਜ਼ੂਅਲ ਮੀਡੀਅਮ ਦੀ ਵਰਤੋਂ ਕਰਕੇ ਸਾਰੀ ਕਲਾਸ ਨੂੰ ਬਿਠਾ ਕੇ, ਹੈ ਨਾ, ਉਸ ਵਰਡਸ ਦਾ ਮੀਨਿੰਗ ਅਤੇ ਸਾਊਂਡ ਪੈਟਰਨ ਨੂੰ ਸਮਝਾਓਗੇ। ਸੋ ਇਹਨਾਂ ਦੇ ਵਿੱਚੋਂ ਤੁਹਾਡੇ ਅਕੋਰਡਿੰਗ ਐਜ਼ ਅ ਟੀਚਰ ਤੁਸੀਂ ਸੋਚਣਾ ਹੈ ਕਿਹੜੀ ਆਪਸ਼ਨ ਬਿਲਕੁਲ ਸਹੀ ਹੋ ਸਕਦੀ ਹੈ ਜਿਸ ਦੇ ਨਾਲ ਰੀਆ ਈਜ਼ੀਲੀ ਇਹਨਾਂ ਵਰਡਸ ਨੂੰ ਬੋਲ ਸਕੇਗੀ। ਹਾਂਜੀ, ਤਾਂ ਆਪਣਾ ਆਨਸਰ ਹੈ ਆਪਸ਼ਨ ਡੀ, ਯਾਨੀ ਕਿ ਮੇਕ ਰੀਆ ਅੰਡਰਸਟੈਂਡ ਦ ਮੀਨਿੰਗ ਐਂਡ ਦ ਸਾਊਂਡ ਪੈਟਰਨ and get the class as a whole to listen to these words through an audio visual medium. So third question है telling interesting stories to young learners is primarily meant for improving their, यानी कि ਤੁਸੀਂ ਕੀ ਕਰ ਰਹੇ ਹੋ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਇੰਟਰਸਟਿੰਗ ਸਟੋਰੀਜ਼ ਸੁਣਾ ਰਹੇ ਹੋ, ਹੈ ਨਾ। ਸੋ ਇਸ ਦਾ ਕੀ ਓਬਜੈਕਟਿਵ ਹੋ ਸਕਦਾ ਹੈ? ਸਟੋਰੀਜ਼ ਸੁਣਾਉਣਾ, ਟੈਲਿੰਗ
इंटरस्टिंग स्टोरी सुनाने का की ऑब्जेक्टिव हो सकता है? राइटिंग स्किल ਨੂੰ ਇੰਪਰੂਵ ਕਰਨਾ, ਸਪੀਕਿੰਗ स्किल ਨੂੰ ਇੰਪਰੂਵ ਕਰਨਾ, ਲਿਸਨਿੰਗ स्किल ਨੂੰ ਇੰਪਰੂਵ ਕਰਨਾ ਜਾਂ ਫਿਰ ਰੀਡਿੰਗ स्किल ਨੂੰ ਇੰਪਰੂਵ ਕਰਨਾ। ਕੀ ਹੋ ਸਕਦਾ ਹੈ ਇਹਦਾ ਰਾਈਟ ਆਨਸਰ? ਸੋ ਇਹਦਾ ਰਾਈਟ ਆਨਸਰ ਹੈ ऑप्शन सी, यानी कि लिसनिंग स्किल, है ना। क्योंकि अगर तुसी स्टोरीज सुनाओगे बच्चों का काम की होएगा? लिसन करना, लिसन करके स्टोरी नू समझना ते उहदा कंक्लूजन करना। फोर्थ क्वेश्चन है द मेन पर्पस ऑफ यूजिंग ओरल ड्रिल। ओरल ड्रिल का की मतलब है? ओरल टैसट होंदे ने स्कूलों दे विच। ओरल ड्रिल दे विच की करवाया जाता है? बच्चों तो सुनिया जाता है, ठीक है। उन्होंने जो स्पीकिंग स्किल है उन्होंने इंप्रूव किया जाता है, उन्होंने प्रोनाउंसिएशन ते एक्यूरेसी नू इंप्रूव किया जाता है। सो द मेन पर्पस ऑफ यूजिंग ओरल ड्रिल इज़, ओरल ड्रिल का मेन पर्पस की है? सो पढ़ते हैं ऑप्शंस नू। टू असेस द कॉम्प्रीहेंशन स्किल ऑफ लर्नर, यानी कि लर्नर दी जो सुनन दी नहीं समझन दी, कॉम्प्रीहेंशन करन दी मतलब समझन दी स्किल्स नू इंप्रूव किया जा सके, आकलन उहदा असैसमेंट की जा सके, या फिर टू इंप्रूव प्रोनाउंसिएशन एंड एक्यूरेसी, या फिर प्रोनाउंसिएशन ते एक्यूरेसी इंप्रूव होएगी ओरल ड्रिल दे नाल। टू इनहांस द स्पीकिंग स्किल ऑफ लर्नर, ताकि स्पीकिंग स्किल वही अच्छी हो सके। टू इंप्रूव रिटेंशन कैपेसिटी ऑफ लर्नर। सो राइट ऑप्शन की हो सकती है जी? राइट ऑप्शन है आंसर नंबर बी, टू इंप्रूव प्रोनाउंसिएशन एंड एक्यूरेसी। ओरल ड्रिल दे नाल की होएगा? बच्चे बोलणगे, है ना। सो उस दे नाल तुहानू उन्हां दी प्रोनाउंसिएशन ते एक्यूरेसी बोलण दे विच कितनी शुद्धता है उसका पता चल जाएगा। क्वेश्चन नंबर 5 है मीनिंग ऑफ मॉर्फोलॉजी। मॉर्फोलॉजी का की मतलब होंदा है? स्ट्रक्चर ऑफ वर्ड्स, मीनिंग ऑफ वर्ड्स, प्रोनाउंसिएशन ऑफ वर्ड्स, पोजीशन ऑफ वर्ड्स, है ना। सो मॉर्फोलॉजी तो आपां नूं एक गल तां पता लग गई, यही की है वर्ड्स के नाल रिलेटेड है। हर एक ऑप्शन ते वर्ड का जिक्र किया है। सो हुण पता करना है भी ये स्ट्रक्चर ऑफ वर्ड्स होंदा है कि मीनिंग ऑफ वर्ड्स, प्रोनाउंसिएशन ऑफ वर्ड्स या फिर पोजीशन ऑफ वर्ड्स। सो अपनी राइट ऑप्शन है स्ट्रक्चर ऑफ वर्ड्स। मॉर्फोलॉजी दे विच की हुंदा है? वर्ड्स के उत्ते काम किया जाता है, उन्हां दे स्ट्रक्चर के उत्ते काम किया जाता है। नैक्सट है स्पीकर 1 वेयर आर यू फ्रॉम, ठीक है। स्पीकर 1 पूछते हैं वेयर आर यू फ्रॉम। सो स्पीकर 2 बोलते हैं कश्मीर, ठीक है। पूरा नहीं बोलते भी कित्थे तो आ, कश्मीर बोलते हैं। ड्यूरिंग द असैसमेंट ऑफ स्टूडेंट्स स्पीकिंग लिसनिंग स्किल्स, ठीक है। इस क्वेश्चन के राही उन्होंने की किया जा रहा है? इन्हां दी स्पीकिंग ते लिसनिंग स्किल नू इंप्रूव किया जा रहा है ना, असैस किया जा रहा है, सॉरी। मार्क्स वुड बी डिडक्टेड ड्यूरिंग दिस एक्सचेंज फॉर। सो किस दे मार्क्स कट्टे जाएंगे? द फर्स्ट स्पीकर, द सैकेंड स्पीकर, बोथ ऑफ दैम, नीदर ऑफ दैम। सो इस दे विच दोनों दे ही, बोथ ऑफ दैम दोनों दे ही मार्क्स डिडक्ट किए जाएंगे, क्योंकि एक तो वेयर आर यू फ्रॉम क्वेश्चन दे विच क्लैरिटी नहीं हैगी भी की पूछा जा रहा है ना, वेयर आर यू फ्रॉम। तो स्पीकर 2 ने भी बिल्कुल सही आंसर नहीं दिता। सो पूरा सेंटेंस उन्हें नहीं बोलिया, सिर्फ कश्मीर बोल के छड्डता, इस करके दोनों के मार्क्स डिडक्ट होंगे। क्वेश्चन नंबर 7 अ फेलो ट्रैवलर एट द एयरपोर्ट हैज़ जस्ट फिनिश्ड रीडिंग द न्यूज़पेपर। सो की हुंदा है भी एक ट्रैवलर बैठे होंगे ने 2, है ना। तो नाल वाला ट्रैवल वो न्यूज़पेपर पढ़ के ख़त्म कर चुका होंगे, पूरा न्यूज़पेपर पढ़ चुका होंगे। एंड यू वॉन्ट हिम और हर टू पास इट टू यू, तो तुसीं चाहते हो कि वह न्यूज़पेपर तुहानूं पास किया जाए ताकि तुसीं भी पढ़ सको। सो चूज़ हाउ विल यू मेक द रिक्वेस्ट, तो तुसीं किवें रिक्वेस्ट करोगे? पास मी द पेपर, पास मी द पेपर प्लीज़, कैन यू पास मी द पेपर, कुड यू पॉसिबली पास मी द न्यूज़पेपर। सो राइट ऑप्शन होएगी कुड यू पॉसिबली पास मी द न्यूज़पेपर, यानी कि बहुत ही पोलाइट और डिसेंट वे दे विच तुसीं बोल रहे हो कि मैनू कि जिहड़ा हैगा न्यूज़पेपर पास किया जाए। लर्निंग टू स्पीक इन अ सैकेंड लैंग्वेज डज नॉट इनवॉल्व। जो तो सैकेंड लैंग्वेज सीखी जा रही होंगी है ना, सैकेंड लैंग्वेज अदर दैन मदर टंग तो इलावा कोई लैंग्वेज सीख रहे होंगे तो उस टाइम पर की इंपॉर्टेंट नहीं होंगे? प्रोनाउंसिएशन तो देखो बहुत ज़्यादा इंपॉर्टेंट होते हैं जो तो आप सैकेंड लैंग्वेज सीख रहे होंगे। कल्चरली बाउंड स्पीकिंग इवेंट्स या फिर थ्योरेटिकल नॉलेज ऑफ लैंग्वेज, सैकेंड लैंग्वेज, ग्रामैटिकल नॉलेज, ठीक है। सो इस की इनवॉल्व नहीं होंदा थ्योरेटिकल नॉलेज ऑफ लैंग्वेज, थ्योरेटिकल नॉलेज इंपॉर्टेंट नहीं है।
नेक्स्ट है विच एक्टिविटी बेस्ट सपोर्ट्स द practice of speaking. Which activity best supports the practice of speaking skill? First option है students independently research a topic and present a formal report. फर्स्ट ऑप्शन ने दसा है कि स्टूडेंट्स ਜਿਹੜਾ ਮਰਜ਼ੀ ਟੌਪਿਕ 'ਤੇ ਰਿਸਰਚ ਕਰ ਸਕਦੇ ਨੇ, ਠੀਕ ਹੈ, ਖੁਦ ਕਰ ਸਕਦੇ ਨੇ ਅਤੇ ਫਾਰਮਲ ਰਿਪੋਰਟ ਪ੍ਰੈਜ਼ੈਂਟ ਕਰਨਗੇ ਤੁਹਾਨੂੰ। ਆਪਸ਼ਨ 2 ਦੇ ਵਿੱਚ ਦੱਸਿਆ ਗਿਆ ਟੀਚਰ ਇਜ਼ ਗਿਵਿੰਗ ਦਾ ਪਰਪਸਫੁਲ ਡਿਕਟੇਸ਼ਨ ਬਾਈ ਇੰਟੀਗ੍ਰੇਟਿੰਗ ਇਟ ਵਿਦ ਦ ਸਪੋਕਨ ਐਕਟੀਵਿਟੀ, ठीक है। सो टीचर डिक्टेशन बोलेगा, ठीक है। उस तो बाद थर्ड ऑप्शन है इंडिविजुअली स्टूडेंट्स रीड अ केस स्टडी एंड ड्राफ्ट अ रिस्पॉन्स, ठीक है। इंडिविजुअली स्टूडेंट की करनगे केस स्टडी नू रीड करनगे तो एक रिस्पॉन्स देंगे थोनों केस स्टडी पढ़ के उन्होंने की पता चलिया। स्टूडेंट्स टेल देयर वर्जन ऑफ अ स्टोरी बेस्ड ऑन सम हिंट्स एंड अप्लाई इट टू अ प्रॉब्लम सॉल्विंग सिचुएशन। बेस्ट ऑप्शन है ऑप्शन नंबर 4, स्टूडेंट्स टेल their version of a story based on some hints and apply it to a problem, ठीक है। एक प्रॉब्लम ਦੇ ਉੱਤੇ ਕਰਨਗੇ ਅਪਲਾਈ ਕਰਨਗੇ ਸਟੋਰੀ ਨੂੰ। ਆਪਸ਼ਨ ਅੱਗੇ ਕੁਐਸਚਨ ਨੰਬਰ 10 ਹੈ, ਲਾਸਟ ਕੁਐਸਚਨ ਹੈ ਫੋਨੋਲੋਜੀ ਇਜ਼ ਦ ਸਟੱਡੀ ਆਫ। ਫੋਨੋਲੋਜੀ ਦੇ ਵਿੱਚ ਫੋਨ ਦਾ ਮਤਲਬ ਕੀ ਹੁੰਦਾ? ਫੋਨ ਦਾ ਮਤਲਬ ਹੁੰਦਾ ਸਾਊਂਡਸ। ਸੋ ਫੋਨੋਲੋਜੀ ਇਜ਼ ਦ ਸਟੱਡੀ ਆਫ ਸਾਊਂਡਸ। ਆਪਸ਼ਨ ਸੀ ਆਪਣੀ ਬਿਲਕੁਲ ਕਰੈਕਟ ਹੋ ਜਾਏਗੀ, ਸਾਊਂਡਸ। ਸੋ ਇਹ ਸੀ ਆਪਣੇ ਮੋਸਟ ਇੰਪੋਰਟੈਂਟ MCQs। तो ਵੀਡੀਓ ਨੂੰ ਤੁਸੀਂ ख़त्म ਕਰਨ ਤੋਂ ਪਹਿਲੇ ਫਟਾਫਟ ਕਮੈਂਟ ਸੈਕਸ਼ਨ ਦੇ ਵਿੱਚ ਜਾਓ, ਦੱਸੋ ਆਊਟ ਆਫ 10 ਤੁਹਾਡੇ ਕਿੰਨੇ ਮਾਰਕਸ ਆਏ। ਸੋ ਦੱਸ ਕੇ ਜ਼ਰੂਰ ਜਾਇਓ ਐਂਡ ਬੈਸਟ ਆਫ ਲੱਕ ਫॉर PS ਟੈਟ ਐਂਡ ਇਸੇ ਤਰ੍ਹਾਂ ਤਿਆਰੀ ਕਰਦੇ ਰਹੋ। ਥੈਂਕ ਯੂ ਸੋ ਮਚ ਐਂਡ ਚੈਨਲ ਨੂੰ ਵਿਜ਼ਿਟ ਕਰਦੇ ਰਹੋ। ਚੈਨਲ ਦੀ ਵੀਡੀਓਜ਼ ਜੋ ਵੀ ਤੁਹਾਡੇ ਲਈ ਹੈਲਪਫੁਲ ਹੈਗੀਆਂ ਨੇ ਉਸਨੂੰ ਤੁਸੀਂ ਦੇਖੋ ਐਂਡ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਤੁਹਾਡੇ ਲਈ ਇਸ ਤਰੀਕੇ ਦੇ ਨਾਲ PS ਟੈਟ ਦੇ ਵਿੱਚ ਹੈਲਪ ਕਰ ਸਕਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ।